WWE यानी ਰੈਸਲਿੰਗ ਇਹਨੂੰ ਦੁਨੀਆ ਭਰ ਵਿੱਚ ਬਹੁਤ ਲੋਕੀ ਵੇਖਦੇ ਨੇ। ਇਸੇ ਤਰ੍ਹਾਂ ਸਾਡੇ ਇੰਡੀਆ ਵਿੱਚ ਤੇ ਸਾਡੇ ਪੰਜਾਬ ਵਿੱਚ ਵੀ ਬਟ ਇਸ ਰੈਸਲਿੰਗ ਸੰਬੰਧੀ ਲੋਕਾਂ ਦੇ ਮਨਾਂ 'ਚ ਬਹੁਤ ਸਾਰੇ ਸਵਾਲ ਵੀ ਹੁੰਦੇ ਆ। ਰੈਸਲਿੰਗ ਕੀ ਹੁੰਦੀ ਹੈ, ਕਿਵੇਂ ਹੁੰਦੀ ਹੈ, ਸਹੀ ਹੁੰਦੀ ਹੈ, ਅਸਲੀ ਹੁੰਦੀ ਹੈ ਕਿ ਨਹੀਂ, ਰੈਸਲਰ ਕਿਵੇਂ ਬਣਿਆ ਜਾਂਦਾ ਹੈ। ਅੱਜ ਇਸੇ ਵਿਸ਼ੇ ਨੂੰ ਅਸੀਂ ਲੈ ਕੇ ਆਏ ਹਾਂ, ਉਹ ਵਿਸ਼ਾ ਜਿਹਦੇ ਬਾਰੇ ਹੁਣ ਤੱਕ ਪੰਜਾਬੀ ਵਿੱਚ ਕਦੇ ਵੀ ਚਰਚਾ ਨਹੀਂ ਹੋਈ, ਕਦੇ ਵੀ ਇਸ ਵਿਸ਼ੇ 'ਤੇ ਪੰਜਾਬੀ ਵਿੱਚ ਵੀਡੀਓ ਨਹੀਂ ਬਣਿਆ। ਰੈਸਲਿੰਗ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੇ ਵੀਡੀਓ ਵਿੱਚ ਮਿਲੂਗੀ। ਸਾਡੇ ਦਰਸ਼ਕਾਂ ਨੂੰ, ਖਾਸ ਕਰ ਨੌਜਵਾਨ ਦਰਸ਼ਕਾਂ ਨੂੰ ਇਹ ਜਾਣਕਾਰੀ ਬਹੁਤ ਵਧੀਆ ਲੱਗੂਗੀ। ਪੂਰਾ ਵੀਡੀਓ ਅੰਤ ਤੱਕ ਜ਼ਰੂਰ ਵੇਖਿਓ। ਜਦੋਂ ਵੀ ਗੱਲ ਰੈਸਲਿੰਗ ਦੀ ਹੋਣੀ ਹੈ ਤਾਂ ਸਭ ਤੋਂ ਪਹਿਲਾ ਨਾਂ ਜਿਹੜਾ ਸਾਡੇ ਦਿਮਾਗ 'ਚ ਆਪਣੇ ਆਪ ਆ ਜਾਂਦਾ ਉਹ ਹੈ WWE ਵਰਲਡ ਰੈਸਲਿੰਗ ਐਂਟਰਟੇਨਮੈਂਟ, ਜਿਹਦਾ ਪਹਿਲਾ ਨਾਂ WWF ਹੁੰਦਾ ਸੀ। ਇਹੀ ਰੈਸਲਿੰਗ ਦੀ ਸਭ ਤੋਂ ਵੱਡੀ ਕੰਪਨੀ ਹੈ। ਇਹਨੇ ਹੀ ਰੈਸਲਿੰਗ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕੀਤਾ। ਇਸ ਦੀ ਸ਼ੁਰੂਆਤ ਸੰਨ 1956 ਵਿੱਚ ਅਮਰੀਕਾ ਦੇ ਇੱਕ ਕਰੋੜਪਤੀ ਵਿੰਸੈਂਟ ਜੇ ਮੈਕਮੈਨ ਨੇ ਕੀਤੀ ਸੀ ਅਤੇ ਉਸਨੇ ਰੈਸਲਿੰਗ ਨੂੰ ਇੱਕ ਪੇਸ਼ੇਵਰ ਖੇਡ ਵਜੋਂ ਲੋਕਾਂ ਦਾ ਮਨੋਰੰਜਨ ਕਰਨ ਦੇ ਲਈ ਉਦੋਂ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਨੂੰ ਅੱਗੇ ਲਿਜਾਣ ਦਾ ਸਿਹਰਾ ਜਾਂਦਾ ਹੈ ਵਿੰਸੈਂਟ ਜੇ ਮੈਕਮੈਨ ਦੇ ਬੇਟੇ ਵਿੰਸ ਮੈਕਮੈਨ ਨੂੰ, ਜੋ ਇਸ ਵੇਲੇ ਰੈਸਲਿੰਗ ਦੇ ਪ੍ਰਮੁੱਖ ਅਹੁਦੇਦਾਰ ਨੇ। ਇੱਕ ਤਰ੍ਹਾਂ ਨਾਲ ਰੈਸਲਿੰਗ ਦੇ ਮਾਲਕ ਉਹਨਾਂ ਨੂੰ ਕਿਹਾ ਜਾ ਸਕਦਾ ਹੈ। ਵਿੰਸ ਮੈਕਮੈਨ ਨੇ ਹੀ ਰੈਸਲਿੰਗ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ। ਅੱਜ ਜੋ ਰੈਸਲਿੰਗ ਦਾ ਮੁਕਾਮ ਹੈ ਇਹਦਾ ਸਾਰਾ ਸਿਹਰਾ ਵਿੰਸ ਮੈਕਮੈਨ ਨੂੰ ਹੀ ਜਾਂਦਾ ਹੈ। ਵਿੰਸ ਮੈਕਮੈਨ ਨੇ ਸੰਨ 1990 ਦੇ ਦਹਾਕੇ ਵਿੱਚ ਰੈਸਲਿੰਗ ਨੂੰ ਮਸ਼ਹੂਰ ਕਰਨਾ ਸ਼ੁਰੂ ਕੀਤਾ। ਰੈਸਲਿੰਗ ਦੀ ਮਕਬੂਲੀਅਤ, ਇਹਦੀ ਪ੍ਰਸਿੱਧੀ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ। ਸੰਨ 1990 ਤੋਂ ਲੈ ਕੇ 95 ਤੱਕ ਦਾ ਦੌਰ, ਜਦੋਂ ਰੈਸਲਿੰਗ ਦੇ ਵਿੱਚ ਰਿਕ ਫਲੇਅਰ, ਆਂਦਰੇ ਦਾ ਜਾਇੰਟ, ਹਲਕ ਹੋਗਨ, ਕੇਵਿਨ ਨੈਸ਼, ਅੰਡਰਟੇਕਰ ਵਰਗੇ ਸਿਤਾਰੇ ਆਉਣੇ ਸ਼ੁਰੂ ਹੋਏ। ਇਸ ਤੋਂ ਬਾਅਦ ਸੰਨ 1996 ਤੋਂ ਲੈ ਕੇ 2001 ਰੈਸਲਿੰਗ ਦਾ ਸਭ ਤੋਂ ਸੁਨਹਿਰੀ ਸਮਾਂ, ਜਦੋਂ ਰੈਸਲਿੰਗ ਪੂਰੀਆਂ ਉਚਾਈਆਂ ਉੱਤੇ ਪਹੁੰਚ ਗਈ, ਨਵੀਆਂ ਬੁਲੰਦੀਆਂ ਛੂਹ ਗਈ। ਉਹ ਸਮਾਂ ਜਦੋਂ ਰੈਸਲਿੰਗ ਵਿੱਚ ਸਟੋਨ ਕੋਲਡ ਸਟੀਵ ਆਸਟਨ, ਦ ਰੌਕ, ਟ੍ਰਿਪਲ ਐਚ, ਸ਼ੌਨ ਮਾਈਕਲਸ, ਅੰਡਰਟੇਕਰ, ਕੇਨ, ਮੈਨਕਾਈਂਡ, ਕਰਟ ਐਂਗਲ, ਡੀ ਜਨਰੇਸ਼ਨ ਐਕਸ ਇਹੋ ਜਿਹੇ ਸਿਤਾਰੇ ਲੋਕਾਂ ਦਾ ਮਨੋਰੰਜਨ ਕਰਦੇ ਸੀ। ਉਸ ਸਮੇਂ ਦੌਰਾਨ ਰੈਸਲਿੰਗ ਨੇ ਜੋ ਮੁਕਾਮ ਹਾਸਲ ਕਰ ਲਿਆ ਉਹ ਇਸ ਨੂੰ ਬਾਕੀ ਸਾਰੀਆਂ ਕੰਪਨੀਆਂ ਨਾਲੋਂ ਉੱਪਰ ਕਰ ਗਿਆ, ਇਸ ਨੂੰ ਇੱਕ ਨਵੀਂ ਬੁਲੰਦੀ ਦੇ ਗਿਆ। ਸਾਲ 2001 ਤੋਂ ਬਾਅਦ ਦਾ ਸਮਾਂ ਰੈਸਲਿੰਗ ਵਿੱਚ ਕੁਝ ਹੋਰ ਤਰ੍ਹਾਂ ਦਾ ਸਮਾਂ ਸੀ, ਜਦੋਂ ਰੈਸਲਿੰਗ ਦਾ ਰੂਪ ਥੋੜ੍ਹਾ ਬਦਲਿਆ। ਇਸ ਸਮੇਂ ਦੌਰਾਨ ਰੈਂਡੀ ਔਰਟਨ, ਐਜ, ਬ੍ਰੌਕ ਲੈਸਨਰ, CM ਪੰਕ ਅਤੇ ਜੌਨ ਸੀਨਾ ਵਰਗੇ ਸਿਤਾਰੇ ਨਜ਼ਰ ਆਏ ਅਤੇ ਇਹਨਾਂ ਨੇ ਰੈਸਲਿੰਗ ਨੂੰ ਫਿਰ ਅੱਗੇ ਤੋਰਿਆ ਅਤੇ ਰੈਸਲਿੰਗ ਦੁਨੀਆ ਦੀ ਇੱਕ ਚਰਚਿਤ ਪ੍ਰੋਫੈਸ਼ਨਲ ਸਪੋਰਟ, ਪੇਸ਼ੇਵਰ ਖੇਡ ਵਜੋਂ ਸਥਾਪਿਤ ਹੋ ਗਈ। ਰੈਸਲਿੰਗ ਦੇ ਇਸ ਲੰਬੇ ਸਫ਼ਰ ਦੌਰਾਨ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ, ਕਈ ਪਰੇਸ਼ਾਨੀਆਂ ਵੀ ਆਈਆਂ। ਜਿਵੇਂ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਣਾ ਨਾਮ ਬਦਲਣਾ ਪਿਆ ਸਾਲ 2002 ਵਿੱਚ, ਜਦੋਂ WWF ਦੀ ਜਗ੍ਹਾ ਉਹਨਾਂ ਨੂੰ WWE ਕਰਨਾ ਪਿਆ, F ਦੀ ਜਗ੍ਹਾ E ਲਾਉਣਾ ਪਿਆ। ਇਸ ਕਰਕੇ ਕਿਉਂਕਿ WWF ਜਾਨਵਰਾਂ ਦੇ ਅਧਿਕਾਰਾਂ ਦੀ ਗੱਲ ਕਰਨ ਵਾਲੀ ਜਥੇਬੰਦੀ ਦਾ ਨਾਂ ਵੀ ਛੋਟਾ ਕਰਕੇ ਇਹੀ ਬਣਦਾ ਸੀ ਅਤੇ ਰੈਸਲਿੰਗ ਵਾਲੀ WWF ਨੂੰ ਆਪਣਾ ਨਾਂ WWE ਕਰਨਾ ਪਿਆ। ਸੰਨ 1995 ਤੋਂ ਲੈ ਕੇ ਸਾਲ 2001 ਤੱਕ ਰੈਸਲਿੰਗ ਕੰਪਨੀ WWE ਨੂੰ ਉਸ ਵੇਲੇ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹਨਾਂ ਦੇ ਮੁਕਾਬਲੇ ਇੱਕ ਹੋਰ ਨਵੀਂ ਕੰਪਨੀ WCW ਵਰਲਡ ਚੈਂਪੀਅਨਸ਼ਿਪ ਆਫ ਰੈਸਲਿੰਗ ਖੜੀ ਹੋ ਗਈ ਸੀ। ਉਹਨੇ ਇਹਨਾਂ ਦੇ ਰੈਸਲਰ ਵੀ ਖਿੱਚਣੇ ਸ਼ੁਰੂ ਕਰ ਦਿੱਤੇ ਸੀ। ਦੋਨਾਂ ਦਾ ਮੁਕਾਬਲਾ ਚੱਲਿਆ, ਪਰ ਅੰਤ ਨੂੰ ਜਿੱਤ WWE ਦੀ ਹੋਈ ਅਤੇ ਇਹੀ ਸਭ ਤੋਂ ਵੱਡੀ ਕੰਪਨੀ ਸਾਬਤ ਹੋਈ। ਇਸ ਤੋਂ ਬਾਅਦ ਵੀ ECW ਅਤੇ TNA ਵਰਗੀਆਂ ਕੰਪਨੀਆਂ ਨੇ WWE ਨੂੰ ਚੁਣੌਤੀ ਦਿੱਤੀ, ਪਰ ਅੰਤ ਨੂੰ ਜਿੱਤ ਹਮੇਸ਼ਾ WWE ਦੀ ਹੀ ਹੋਈ। ਇਹੀ ਸਭ ਤੋਂ ਵੱਡੀ ਕੰਪਨੀ ਸਾਬਤ ਹੋਈ ਅਤੇ ਬਾਕੀ ਸਾਰੀਆਂ ਕੰਪਨੀਆਂ ਇੱਕ ਇੱਕ ਕਰਕੇ ਜਾਂ ਤਾਂ ਬੰਦ ਹੋ ਗਈਆਂ ਜਾਂ ਇਹਦੇ ਵਿੱਚ ਸਮਾ ਗਈਆਂ ਅਤੇ ਉਹਨਾਂ ਦੇ ਰੈਸਲਰ ਵੀ ਹੌਲੀ ਹੌਲੀ ਸਾਰੇ WWE ਦੇ ਵਿੱਚ ਹੀ ਆਉਂਦੇ ਰਹੇ। ਇੱਕ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ WWE ਨੂੰ ਸੰਨ 2006 ਤੋਂ ਬਾਅਦ ਕਰਨਾ ਪਿਆ। ਉਹ ਇਹ ਸੀ ਕਿ WWE ਦੇ ਵਿੱਚ ਜਦੋਂ ਰੈਸਲਿੰਗ ਚੱਲਦੀ ਸੀ ਤਾਂ ਕਈ ਵਾਰੀ ਖੂਨ ਖਰਾਬਾ ਹੋ ਜਾਂਦਾ ਸੀ। ਬਹੁਤ ਸਾਰੇ ਲੋਕਾਂ ਨੇ ਇਹਦੇ ਉੱਪਰ ਉਂਗਲੀ ਚੁੱਕਣੀ ਸ਼ੁਰੂ ਕਰਤੀ, ਕਿਹਾ ਕਿ ਇਹ ਸਭ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਫਿਰ WWE ਨੇ ਆਪਣਾ ਰੂਪ ਥੋੜ੍ਹਾ ਬਦਲਿਆ, ਉਹਨੂੰ ਨਾਂ ਦਿੱਤਾ ਗਿਆ PG ਐਰਾ, ਯਾਨੀ ਪੈਰੈਂਟਲ ਗਾਈਡੈਂਸ। ਰੈਸਲਿੰਗ ਨੂੰ ਅਜਿਹਾ ਰੂਪ ਦੇ ਦਿੱਤਾ ਗਿਆ ਕਿ ਮਾਂ-ਬਾਪ ਨਾਲ ਬੈਠ ਕੇ ਬੱਚਿਆਂ ਦੇ ਵੇਖਣ। ਇਸੇ ਕਰਕੇ ਤੁਸੀਂ ਨੋਟ ਕੀਤਾ ਹੋਣਾ ਕਿ ਪਿਛਲੇ ਕੁਝ ਸਾਲਾਂ ਵਿੱਚ ਘੱਟ ਹਿੰਸਕ ਬਣਾਇਆ ਗਿਆ ਪਿਛਲੇ ਕੁਝ ਸਾਲਾਂ ਦੌਰਾਨ। ਇੱਕ ਬਹੁਤ ਵੱਡਾ ਵਰਲਡ ਰਿਕਾਰਡ ਵੀ ਹੈ ਜੋ ਰੈਸਲਿੰਗ ਦੇ ਨਾਮ ਬੋਲਦਾ ਹੈ। ਇੱਕ ਅਜਿਹਾ ਰਿਕਾਰਡ ਜਿਹੜਾ ਹੋਰ ਕੋਈ ਨਹੀਂ ਤੋੜ ਸਕਦਾ। ਉਹ ਇਹ ਹੈ ਕਿ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਜੋ ਪ੍ਰੋਗਰਾਮ ਸਭ ਤੋਂ ਲੰਮਾ ਸਮਾਂ ਇਸ ਵੇਲੇ ਪੂਰੀ ਦੁਨੀਆ ਵਿੱਚ ਚੱਲ ਰਿਹਾ, ਉਹ WWE ਦਾ ਸੋਮਵਾਰ ਦਾ ਐਪੀਸੋਡ ਮੰਡੇ ਨਾਈਟ ਰॉ ਹੈ। ਯਾਨੀ WWE ਦਾ ਸ਼ੋਅ ਜੋ ਸੋਮਵਾਰ ਨੂੰ ਆਉਂਦਾ ਹੈ, ਮੰਡੇ ਨਾਈਟ ਰॉ, ਉਹ ਦੁਨੀਆ ਦੇ ਟੈਲੀਵਿਜ਼ਨ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਐਪੀਸੋਡ ਆਧਾਰਿਤ ਪ੍ਰੋਗਰਾਮ ਹੈ। ਸਿਰਫ ਇਹੀ ਨਹੀਂ,
ਦੁਨੀਆ ਦਾ ਸਭ ਤੋਂ ਜ਼ਿਆਦਾ ਲੰਮਾ ਸਮਾਂ ਚੱਲਣ ਵਾਲਾ ਦੂਜਾ ਪ੍ਰੋਗਰਾਮ ਵੀ WWE ਦਾ ਹੀ ਹੈ। ਉਹ ਹੈ ਸ਼ੁੱਕਰਵਾਰ ਨੂੰ ਆਉਂਦਾ ਸਮੈਕਡਾਊਨ। ਉਹ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਐਪੀਸੋਡ ਆਧਾਰਿਤ ਪ੍ਰੋਗਰਾਮ ਹੈ। ਇਹ ਦੋਵੇਂ ਪ੍ਰੋਗਰਾਮ 1990 ਦੇ ਦਹਾਕੇ ਵਿੱਚ ਸ਼ੁਰੂ ਹੋਏ ਸੀ ਅਤੇ ਉਦੋਂ ਤੋਂ ਇਹਨਾਂ ਦੇ ਐਪੀਸੋਡ ਹਰ ਹਫਤੇ ਲਗਾਤਾਰ ਚੱਲ ਰਹੇ ਆ ਬਿਨਾਂ ਨਾਗਾ। ਇਹਨਾਂ ਤੋਂ ਇਲਾਵਾ WWE ਨੇ ਇੱਕ ਹੋਰ ਹਫਤਾਵਾਰੀ ਪ੍ਰੋਗਰਾਮ ਸ਼ੁਰੂ ਕੀਤਾ ਜਿਹਦਾ ਨਾਮ ਹੈ NXT। NXT ਦੇ ਵਿੱਚ ਨਵੇਂ ਉੱਭਰ ਰਹੇ ਰੈਸਲਰ ਜੋ ਨਵੇਂ ਆਏ ਆ ਉਹਨਾਂ ਨੂੰ ਉੱਥੇ ਮੌਕਾ ਦਿੱਤਾ ਜਾਂਦਾ ਹੈ ਅਤੇ ਜੋ ਉੱਥੇ ਵਧੀਆ ਪਰਫਾਰਮ ਕਰਦਾ ਹੈ ਉਹਨੂੰ ਫਿਰ ਹੌਲੀ ਹੌਲੀ ਮੇਨ ਪ੍ਰੋਗਰਾਮਾਂ ਵਿੱਚ ਯਾਨੀ ਰॉ ਅਤੇ ਸਮੈਕਡਾਊਨ ਵਿੱਚ ਉੱਥੇ ਮੌਕਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਹਰ ਮਹੀਨੇ ਇੱਕ ਪ੍ਰੋਗਰਾਮ ਖਾਸ ਸਪੈਸ਼ਲਸ ਜਿਹਨੂੰ ਕਹਿੰਦੇ ਆ ਉਹ ਵੀ ਕਰਵਾਇਆ ਜਾਂਦਾ ਜਿੱਥੇ ਬੈਲਟ ਦੇ ਲਈ ਮੁਕਾਬਲੇ ਹੁੰਦੇ ਨੇ, ਜਿਵੇਂ ਰੈਸਲਮੇਨੀਆ ਹੁੰਦੀ ਹੈ ਇਸੇ ਤਰ੍ਹਾਂ ਹਰ ਮਹੀਨੇ ਇੱਕ ਸਪੈਸ਼ਲ ਪ੍ਰੋਗਰਾਮ ਵੀ ਕਰਵਾਇਆ ਜਾਂਦਾ ਹੈ। ਇਨੀ ਦਿਨ ਰੈਸਲਿੰਗ ਵਿੱਚ ਰੋਮਨ ਰੇਨਸ, ਸੈਥ ਰੋਲਿਨਸ, ਕੇਵਿਨ ਓਵਨਸ, AJ ਸਟਾਈਲਸ ਅਤੇ ਸਿਜ਼ਾਰੋ ਵਰਗੇ ਸੁਪਰਸਟਾਰ ਲੋਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਂਦੇ ਨੇ। ਇਸ ਤੋਂ ਇਲਾਵਾ ਸਮੇਂ ਉੱਤੇ ਸਾਡੇ ਭਾਰਤ ਦੇਸ਼ ਦੇ ਖਾਸ ਤੌਰ ਤੇ ਪੰਜਾਬੀ ਪਹਿਲਵਾਨ ਵੀ ਲਗਾਤਾਰ ਰੈਸਲਿੰਗ ਵਿੱਚ ਪਹੁੰਚਦੇ ਰਹੇ ਨੇ। ਸਨ 1990 ਦੇ ਦਹਾਕੇ ਵਿੱਚ ਅਤੇ ਉਸ ਤੋਂ ਬਾਅਦ ਵੀ ਕੁਝ ਸਮਾਂ ਤੱਕ ਟਾਈਗਰ ਜੀਤ ਸਿੰਘ ਰੈਸਲਿੰਗ ਵਿੱਚ ਪੰਜਾਬ ਦੀ ਹਾਜ਼ਰੀ ਲਵਾਉਂਦੇ ਰਹੇ ਨੇ। ਇਸੇ ਤਰ੍ਹਾਂ ਉਸ ਤੋਂ ਬਾਅਦ ਦ ਗ੍ਰੇਟ ਖਲੀ ਦਲੀਪ ਸਿੰਘ ਰਾਣਾ ਵੀ ਰੈਸਲਿੰਗ ਵਿੱਚ ਹਾਜ਼ਰੀ ਲਵਾ ਚੁੱਕੇ ਨੇ, ਵਰਲਡ ਚੈਂਪੀਅਨ ਵੀ ਰਹਿ ਚੁੱਕੇ ਨੇ। ਇਸ ਤੋਂ ਬਾਅਦ ਜਿੰਦਰ ਮਹਾਲ ਪੰਜਾਬ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਕੈਨੇਡੀਆਈ ਪਹਿਲਵਾਨ ਨੇ, ਉਹ ਵੀ ਵਰਲਡ ਚੈਂਪੀਅਨ ਰਹਿ ਚੁੱਕੇ ਆ ਤੇ ਇਨੀ ਦਿਨੀ ਵੀ ਰੈਸਲਿੰਗ ਵਿੱਚ ਨਜ਼ਰ ਆਉਂਦੇ ਆ ਤੇ ਰਿੰਗ ਵਿੱਚ ਪੰਜਾਬੀ ਦੀ ਹਾਜ਼ਰੀ ਵੀ ਲਵਾਉਂਦੇ ਨੇ। ਥੋੜਾ ਸਮਾਂ ਇੱਕ ਟੈਗ ਟੀਮ ਆਈ ਸੀ ਜਿਹਦਾ ਨਾਮ ਸੀ ਆਥਰਸ ਆਫ ਪੇਨ। ਉਹਦੇ ਵਿੱਚੋਂ ਵੀ ਇੱਕ ਜਣਾ ਉਹਦਾ ਨਾਮ ਸੀ ਏਕਮ, ਉਹ ਵੀ ਪੰਜਾਬੀ ਪਹਿਲਵਾਨ ਸੀ ਅਤੇ ਉਹ ਵੀ ਰੈਸਲਿੰਗ ਵਿੱਚ ਪੰਜਾਬੀਆਂ ਦੀ ਹਾਜ਼ਰੀ ਲਵਾ ਚੁੱਕਾ ਹੈ। ਇਸ ਤੋਂ ਇਲਾਵਾ ਇਨੀ ਦਿਨੀ ਵੀ ਸਾਡੇ ਪੰਜਾਬ ਦਾ ਇੱਕ ਹੋਰ ਪਹਿਲਵਾਨ ਦਿਲਸ਼ੇਰ ਸ਼ੈਂਕੀ ਰੈਸਲਿੰਗ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਦੀ ਵੀ ਹਾਜ਼ਰੀ ਲੱਗਣੀ ਸ਼ੁਰੂ ਹੋ ਚੁੱਕੀ ਹੈ। ਉਹਦਾ ਅਸਲੀ ਨਾਂ ਗੁਰਵਿੰਦਰ ਸਿੰਘ ਮਲਹੋਤਰਾ ਹੈ, ਪੰਜਾਬ ਦਾ ਰਹਿਣ ਵਾਲਾ, ਪਰ ਹੁਣ WWE ਵਾਲੇ ਉਹਨੂੰ ਸਿਲੈਕਟ ਕਰਕੇ ਰੈਸਲਿੰਗ ਵਿੱਚ ਮੂਹਰੇ ਲਿਆ ਰਹੇ ਨੇ। ਹੁਣ ਗੱਲ ਕਰਦੇ ਹਾਂ ਉਹਨਾਂ ਖਿਆਲਾਂ ਦੀ, ਉਹਨਾਂ ਸੋਚਾਂ ਦੀ, ਉਹਨਾਂ ਸਵਾਲਾਂ ਦੀ ਜੋ ਰੈਸਲਿੰਗ ਵੇਖਦੇ ਵੇਲੇ ਸਾਡੇ ਦਿਮਾਗ 'ਚ ਅਕਸਰ ਆਉਂਦੇ ਨੇ ਕਿ ਜਿਵੇਂ ਰੈਸਲਿੰਗ ਸੱਚੀ ਹੁੰਦੀ ਹੈ, ਅਸਲੀ ਹੁੰਦੀ ਹੈ, ਕੀ ਇੱਕ ਖੇਡ ਹੈ, ਇਹਨੂੰ ਖੇਡ ਮੰਨਿਆ ਜਾ ਸਕਦਾ ਹੈ? ਇਹਦਾ ਜਵਾਬ ਹੈ ਹਾਂ, ਰੈਸਲਿੰਗ ਇੱਕ ਖੇਡ ਹੈ ਪਰ ਇੱਕ ਪ੍ਰੋਫੈਸ਼ਨਲ ਸਪੋਰਟ ਹੈ, ਪੇਸ਼ੇਵਰ ਖੇਡ ਇਹਨੂੰ ਆਪਾਂ ਕਹਿ ਸਕਦੇ ਹਾਂ ਅਤੇ ਇਸ ਨੂੰ ਸਪੋਰਟਸ ਐਂਟਰਟੇਨਮੈਂਟ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਭਾਵ ਕਿ ਉਹ ਖੇਡ ਜਿਹਦਾ ਮਕਸਦ ਲੋਕਾਂ ਦਾ ਮਨੋਰੰਜਨ ਕਰਨਾ ਹੈ। ਫਰਕ ਸਿਰਫ ਇੰਨਾ ਹੈ ਕਿ ਇਹਦੇ ਵਿੱਚ ਸਟੋਰੀ ਲਾਈਨ ਹੁੰਦੀ ਹੈ। ਰੈਸਲਰਸ ਨੂੰ, ਪਹਿਲਵਾਨਾਂ ਨੂੰ, ਖਿਡਾਰੀਆਂ ਨੂੰ ਸਟੋਰੀ ਲਾਈਨ ਦੇ ਹਿਸਾਬ ਨਾਲ ਚੱਲਣਾ ਪੈਂਦਾ। ਸਟੋਰੀ ਲਾਈਨ ਕੀ ਹੁੰਦੀ ਹੈ ਉਹ ਵੀ ਤੁਹਾਨੂੰ ਸੰਖੇਪ ਵਿੱਚ ਦੱਸ ਦਿੰਦੇ ਹਾਂ ਕਿ WWE ਦੀ ਇੱਕ ਕ੍ਰੀਏਟਿਵ ਟੀਮ ਹੈ। ਕ੍ਰੀਏਟਿਵ ਟੀਮ ਦਾ ਕੰਮ ਹੁੰਦਾ ਹੈ ਕਿ ਹਰ ਰੈਸਲਰ ਨੂੰ ਉਹਨੂੰ ਦਿਸ਼ਾ ਨਿਰਦੇਸ਼ ਦੇਣਾ ਕਿ ਤੂੰ ਇਸ ਰੈਸਲਰ ਦੇ ਨਾਲ ਲੜਨਾ ਹੈ, ਇਸ ਤਰੀਕੇ ਨਾਲ ਲੜਨਾ ਹੈ, ਕਿਹੜੀਆਂ ਕੱਲਾਬਾਜ਼ੀਆਂ ਵਿਖਾਉਣੀਆਂ, ਸਾਰਾ ਕੁਝ ਕ੍ਰੀਏਟਿਵ ਟੀਮ ਵੱਲੋਂ ਤਿਆਰ ਕਰਕੇ ਰੈਸਲਰ ਨੂੰ ਦਿੱਤਾ ਜਾਂਦਾ। ਸਟੋਰੀ ਲਾਈਨ ਦੇ ਵਿੱਚ ਕੀ ਹੁੰਦਾ ਕਿ ਰੈਸਲਰ ਨੂੰ ਦੋ ਤਰ੍ਹਾਂ ਦੇ ਰੋਲ ਦਿੱਤੇ ਜਾਂਦੇ ਨੇ। ਰੈਸਲਰਸ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ, ਇੱਕ ਹੁੰਦਾ ਹੀਲ ਅਤੇ ਇੱਕ ਹੁੰਦਾ ਫੇਸ। ਹੀਲ ਉਹ ਰੈਸਲਰ ਹੁੰਦੇ ਆ ਜੋ ਗਲਤ ਤੌਰ ਤਰੀਕੇ ਵਰਤਦੇ ਆ, ਜੋ ਵਿਲਨ ਵਾਂਗੂ ਹੁੰਦੇ ਆ, ਵਿੰਗੇ ਟੇਢੇ ਤਰੀਕੇ ਨਾਲ ਜਿੱਤ ਹਾਸਲ ਕਰਨਾ ਪਸੰਦ ਕਰਦੇ ਆ। ਦੂਜੇ ਬੰਨੇ ਫੇਸ ਜੋ ਹੀਰੋ ਵਾਂਗ ਹੁੰਦੇ ਆ, ਜੋ ਚੰਗੇ ਤਰੀਕੇ ਨਾਲ ਅੱਗੇ ਤੁਰਦੇ ਆ। ਸਟੋਰੀ ਲਾਈਨ ਦਾ ਸੌਖਾ ਮਤਲਬ ਕਿ ਹੀਰੋ ਅਤੇ ਵਿਲਨ ਵਾਂਗ ਰੈਸਲਰ ਨੂੰ ਬਣਾ ਕੇ ਉਹਨਾਂ ਨੂੰ ਆਪਸ 'ਚ ਭਿੜਾਇਆ ਜਾਂਦਾ ਹੈ। ਇਹਦੇ ਵਿੱਚ ਹੀ ਮਜ਼ਾ ਆ, ਇਹਦੇ ਵਿੱਚ ਹੀ ਮਨੋਰੰਜਨ ਆ, ਕਿਉਂਕਿ ਜੇ ਦੋਵੇਂ ਇੱਕੋ ਜਿਹੇ ਹੋਣਗੇ ਤਾਂ ਰੈਸਲਿੰਗ ਦਾ ਮਜ਼ਾ ਨਹੀਂ ਆਊਗਾ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਰੈਸਲਰ ਰਿੰਗ ਵਿੱਚ ਜਾ ਕੇ ਜੋ ਵੀ ਕਰਦੇ ਆ ਉਹ ਸਾਰਾ ਨਕਲੀ ਹੁੰਦਾ ਹੈ। ਕੱਲਾਬਾਜ਼ੀਆਂ ਅਸਲੀ ਹੁੰਦੀਆਂ ਨੇ, ਪਰ ਜੋ ਇੱਕ ਦੂਜੇ ਦੇ ਉੱਪਰ ਵਾਰ ਕੀਤਾ ਜਾਂਦਾ ਉਹਨਾਂ ਨੇ ਇੰਨੀ ਟ੍ਰੇਨਿੰਗ ਲਈ ਹੁੰਦੀ ਆ, ਇੰਨੇ ਸਾਲਾਂ ਦੀ ਤਪੱਸਿਆ, ਕਰੜੀ ਮਿਹਨਤ ਕੀਤੀ ਹੁੰਦੀ ਕਿ ਇੰਨਾ ਸੱਟ ਫੇਟ ਉਹ ਝੱਲ ਲੈਂਦੇ ਆ। ਹੁਣ ਇਹ ਵੀ ਨੋਟ ਕਰੋ ਕਿ ਬਹੁਤ ਵਾਰ ਰੈਸਲਰਸ ਦੇ ਸੱਟਾਂ ਵੀ ਲੱਗਦੀਆਂ ਨੇ, ਗੰਭੀਰ ਸੱਟਾਂ ਵੀ ਲੱਗਦੀਆਂ ਰਹੀਆਂ ਨੇ, ਹੱਡੀਆਂ ਵੀ ਟੁੱਟਦੀਆਂ ਰਹੀਆਂ ਨੇ, ਖੂਨ ਵੀ ਨਿਕਲਦਾ ਰਿਹਾ ਹੈ। ਕਈ ਵਾਰ ਇੰਨੀਆਂ ਗੰਭੀਰ ਸੱਟਾਂ ਵੀ ਲੱਗੀਆਂ ਨੇ ਕਿ ਰੈਸਲਰਸ ਦਾ ਕੈਰੀਅਰ ਸਮੇਂ ਤੋਂ ਪਹਿਲਾਂ ਵੀ ਖਤਮ ਹੁੰਦਾ ਰਿਹਾ। ਸੋ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਭਾਵੇਂ ਉਹਨਾਂ ਨੂੰ ਸਟੋਰੀ ਲਾਈਨ ਮਿਲੀ ਹੁੰਦੀ, ਇੱਕ ਰੋਲ ਕਰਨ ਲਈ ਮਿਲਿਆ ਹੁੰਦਾ, ਪਰ ਉਸ ਰੋਲ ਨੂੰ ਨਿਭਾਉਣ ਦੇ ਲਈ ਜੋ ਖਤਰਾ ਮੁੱਲ ਲੈਂਦੇ ਆ ਰਿੰਗ 'ਚ ਜਾ ਕੇ ਉਹ ਅਸਲੀ ਹੀ ਹੁੰਦਾ, ਕਿਉਂਕਿ ਜੇ ਅਸਲੀ ਨਾ ਹੁੰਦਾ ਤਾਂ ਉਹਨਾਂ ਦੇ ਸੱਟਾਂ ਵੀ ਨਾ ਲੱਗਦੀਆਂ। ਸੱਟਾਂ ਲੱਗਦੀਆਂ ਨੇ ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਖਤਰਾ ਵੀ ਹੁੰਦਾ। ਲੋਕਾਂ ਦਾ, ਵੇਖਣ ਵਾਲਿਆਂ ਦਾ ਮਨੋਰੰਜਨ ਕਰਨ ਦੇ ਲਈ ਜੋ ਜ਼ੋਖਮ, ਜੋ ਖਤਰਾ ਉਹ ਮੁੱਲ ਲੈਂਦੇ ਨੇ ਉਹ ਅਸਲੀ ਹੀ ਹੁੰਦਾ। ਇਹਦੇ ਨਾਲ ਜੁੜਿਆ ਹੋਇਆ ਤੁਹਾਡਾ ਸ਼ੰਕਾ ਹੈ ਕਿ ਰੈਸਲਰ ਬਣਨ ਦੇ ਲਈ ਕੀ ਕਰਨਾ ਪੈਂਦਾ। ਰੈਸਲਰ ਬਣਨ ਦੇ ਲਈ ਘੱਟੋ ਘੱਟ 5 ਸਾਲ WWE ਵਾਲੇ ਪਹਿਲਵਾਨਾਂ ਦੀ ਟ੍ਰੇਨਿੰਗ ਕਰਾਉਂਦੇ ਆ, ਫਿਰ ਕਿਤੇ ਜਾ ਕੇ ਉਹਨਾਂ ਨੂੰ ਰਿੰਗ ਵਿੱਚ ਜਾਣ ਦਾ ਮੌਕਾ ਮਿਲਦਾ। WWE ਦਾ ਇੱਕ ਪਰਫਾਰਮੈਂਸ ਸੈਂਟਰ ਬਣਿਆ ਹੋਇਆ, ਉੱਥੇ ਨਵੇਂ ਆਏ ਰੈਸਲਰਸ ਨੂੰ ਟ੍ਰੇਨਿੰਗ ਕਰਵਾਈ ਜਾਂਦੀ, ਉਹਨਾਂ ਦੇ ਸਰੀਰ ਨੂੰ ਲੋਹੇ ਵਰਗਾ ਕੀਤਾ ਜਾਂਦਾ ਤਾਂ ਕਿ ਉਹ
ਥੋੜ੍ਹੀ ਬਹੁਤੀ ਸੱਟ ਫੇਟ ਸਹਿਣੀ ਸਿੱਖ ਜਾਣ ਅਤੇ ਜੋ ਵੀ ਉਹਨਾਂ ਨੇ ਸਰੀਰ ਬਣਾਏ ਹੁੰਦੇ ਆ, ਜੋ ਫਿਜ਼ੀਕਲ ਫਿਟਨੈਸ ਉਹਨਾਂ ਨੇ ਬਣਾਈ ਹੁੰਦੀ ਹੈ, ਉਹ ਸਾਰੀ ਅਸਲੀ ਹੁੰਦੀ ਹੈ ਅਤੇ ਕੁਦਰਤੀ ਤਰੀਕੇ ਨਾਲ ਬਣਾਉਂਦੇ ਆ। ਕੋਈ ਵੀ ਨਸ਼ਾ ਨਹੀਂ ਲੈਂਦੇ, ਕੋਈ ਕਿਸੇ ਤਰ੍ਹਾਂ ਦਾ ਪਰਫੋਰਮੈਂਸ ਇਨਹੈਂਸਿੰਗ ਡਰੱਗ ਜਾਂ ਸਟੀਰੋਇਡਸ ਉਹ ਨਹੀਂ ਲੈਂਦੇ। WWE ਨੇ ਇੱਕ ਵੈਲਨੈਸ ਪ੍ਰੋਗਰਾਮ ਵੀ ਬਣਾਇਆ ਹੋਇਆ, ਇੱਕ ਵੈਲਨੈਸ ਪਾਲਿਸੀ ਵੀ ਬਣਾਈ ਹੋਈ ਹੈ, ਜਿਹਦਾ ਮਤਲਬ ਇਹ ਹੈ ਕਿ ਉਹ ਹਰ ਰੈਸਲਰਸ ਦੀ ਡਾਈਟ ਨੂੰ ਪੂਰੀ ਤਰ੍ਹਾਂ ਚੈੱਕ ਕਰਦੇ ਆ। ਕੌਣ ਰੈਸਲਰ ਕੀ ਖਾਂਦਾ ਹੈ, ਕੀ ਪੀਂਦਾ ਹੈ, ਸਾਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਜੇ ਕੋਈ ਪਾਬੰਦੀਸ਼ੁਦਾ ਚੀਜ਼ ਖਾਂਦਾ ਜਾਂ ਪੀਂਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਉੱਪਰ ਤੁਰੰਤ ਪਾਬੰਦੀ ਲਾਈ ਜਾਂਦੀ ਹੈ, ਮੁਅੱਤਲ ਵੀ ਕੀਤਾ ਜਾਂਦਾ ਹੈ ਅਤੇ ਕਈ ਵਾਰ ਕੰਟਰੈਕਟ ਵੀ ਰੱਦ ਕਰ ਦਿੱਤਾ ਜਾਂਦਾ ਹੈ। ਸੋ ਇਸ ਮਾਮਲੇ 'ਚ WWE ਰੈਸਲਿੰਗ ਵਾਲੇ ਹਮੇਸ਼ਾ ਸਖਤ ਰਹੇ ਨੇ। ਸੋ ਇੱਕ ਵਾਕ ਵਿੱਚ ਕਹਿਣਾ ਹੋਵੇ ਤਾਂ WWE ਦਾ ਰੈਸਲਰ ਬਣਨ ਦੇ ਲਈ ਅੱਗ ਦਾ ਦਰਿਆ ਪਾਰ ਕਰਨਾ ਪੈਂਦਾ। ਸੋ ਰੈਸਲਿੰਗ ਨੇ ਬੜਾ ਲੰਮਾ ਸਫ਼ਰ ਤੈਅ ਕੀਤਾ ਸਾਡਾ ਮਨੋਰੰਜਨ ਕਰਨ ਲਈ। ਇਨੀ ਦਿਨੀ ਰੈਸਲਿੰਗ ਚੱਲ ਰਹੀ ਹੈ, ਲਗਾਤਾਰ ਚੱਲ ਰਹੀ ਹੈ। ਇੱਕ ਚੀਜ਼ ਨਵੀਂ ਇਹ ਵੀ ਐਡ ਕੀਤੀ ਗਈ ਕਿ ਅੱਜ ਕੱਲ੍ਹ ਮਹਿਲਾ ਰੈਸਲਰਸ ਨੂੰ, ਨਵੀਆਂ ਕੁੜੀਆਂ ਨੂੰ ਵੀ ਇਹਦੇ ਵਿੱਚ ਵੱਡੇ ਪੱਧਰ ਉੱਤੇ ਮੌਕਾ ਮਿਲ ਰਿਹਾ ਹੈ। ਇਸ ਦੇ ਨਾਲ ਇੱਕ ਚੀਜ਼ ਇਹ ਵੀ ਅੱਜ ਕੱਲ੍ਹ ਸਾਫ਼ ਨਜ਼ਰ ਆਉਂਦੀ ਹੈ ਕਿ ਰੈਸਲਿੰਗ ਦਾ ਦਾਇਰਾ ਹਾਲੇ ਵੀ ਬਹੁਤ ਵੱਡਾ ਹੈ। ਅਮਰੀਕਾ ਵਿੱਚ ਵੀ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਹਾਲੇ ਵੀ ਰੈਸਲਿੰਗ ਵੇਖੀ ਜਾਂਦੀ ਹੈ। ਹਾਲਾਂਕਿ ਇਹ ਗੱਲ ਵੀ ਸਹੀ ਹੈ ਕਿ ਜਿੰਨੀ ਅੱਜ ਤੋਂ 20 ਸਾਲ ਪਹਿਲਾਂ ਰੈਸਲਿੰਗ ਦੀ ਜੋ ਦਰਸ਼ਕਾਂ ਦੀ ਗਿਣਤੀ ਸੀ ਉਹਦੇ ਵਿੱਚ ਥੋੜ੍ਹੀ ਕਮੀ ਜ਼ਰੂਰ ਆਈ ਹੈ। ਉਹਦਾ ਮੁੱਖ ਕਾਰਨ ਇਹੀ ਹੈ ਕਿ ਮਨੋਰੰਜਨ ਦੇ ਹੋਰ ਸਾਧਨ ਬਹੁਤ ਆ ਚੁੱਕੇ ਨੇ। ਮੋਬਾਈਲ, ਇੰਟਰਨੈਟ, OTT ਬਹੁਤ ਕੁਛ ਆ ਗਿਆ, ਨਵਾਂ ਆ ਗਿਆ, ਵੈਬ ਸੀਰੀਜ਼ ਆ ਗਈਆਂ। ਇਹਦੇ ਕਰਕੇ ਰੈਸਲਿੰਗ ਦੇ ਪ੍ਰਸ਼ੰਸਕਾਂ ਦੀ ਗਿਣਤੀ ਉੱਪਰ ਥੋੜ੍ਹਾ ਫਰਕ ਪਿਆ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਰ ਹਾਲੇ ਵੀ ਰੈਸਲਿੰਗ ਬਹੁਤ ਲੋਕ ਦੇਖਦੇ ਨੇ, ਸਿਰਫ ਬੱਚੇ ਹੀ ਨਹੀਂ, ਜਵਾਨ ਲੋਕ ਵੀ ਅਤੇ ਵਡੇਰੀ ਉਮਰ ਦੇ ਲੋਕ ਵੀ ਮਨੋਰੰਜਨ ਦੀ ਖਾਤਰ ਇਹਨੂੰ ਜ਼ਰੂਰ ਵੇਖਦੇ ਨੇ। ਇਨੀ ਦਿਨੀ ਰੈਸਲਿੰਗ ਦੀ ਜ਼ਿਆਦਾ ਜ਼ਿੰਮੇਵਾਰੀ ਵਿੰਸ ਮੈਕਮੈਨ ਦੇ ਨਾਲ ਉਹਨਾਂ ਦੀ ਬੇਟੀ ਸਟੈਫਨੀ ਮੈਕਮੈਨ, ਬੇਟਾ ਸ਼ੇਨ ਮੈਕਮੈਨ ਅਤੇ ਉਹਨਾਂ ਦੇ ਜਵਾਈ ਯਾਨੀ ਸਟੈਫਨੀ ਮੈਕਮੈਨ ਦੇ ਪਤੀ ਟ੍ਰਿਪਲ ਐਚ ਅਤੇ ਉਹੀ ਹੁਣ ਭਵਿੱਖ ਦੀਆਂ ਰਣਨੀਤੀਆਂ ਤਿਆਰ ਕਰਦੇ ਨੇ। ਅਤੇ ਰੈਸਲਿੰਗ ਬਾਰੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹਨੂੰ ਵੇਖਣਾ ਕਿਵੇਂ ਹੈ। ਸਭ ਤੋਂ ਪਹਿਲਾਂ ਰੈਸਲਿੰਗ ਵਿੱਚ ਤੁਸੀਂ ਜੋ ਵੀ ਵੇਖ ਰਹੇ ਆ ਉਹਨੂੰ ਕਰਨ ਦੀ ਕੋਸ਼ਿਸ਼ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਜੋ ਵੀ ਤੁਸੀਂ TV ਤੇ ਵੇਖ ਰਹੇ ਆ, ਰੈਸਲਰਸ ਨੂੰ ਕਰਦੇ ਹੋਏ ਵੇਖ ਰਹੇ ਆ, ਉਹ ਸਿਰਫ ਉਹੀ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਉਹਦੀ ਟ੍ਰੇਨਿੰਗ ਲਈ ਹੋਈ ਹੈ। ਵੇਖਣ ਵਾਲੇ ਨੂੰ ਉਹਦੀ ਨਕਲ ਬਿਲਕੁਲ ਨਹੀਂ ਕਰਨੀ ਚਾਹੀਦੀ। ਇਹ ਗੱਲ ਸਭ ਤੋਂ ਪਹਿਲਾਂ ਚੇਤੇ ਰੱਖੀਏ। ਦੂਜਾ, ਰੈਸਲਿੰਗ ਨੂੰ ਇੱਕ ਮਨੋਰੰਜਨ ਵਜੋਂ ਵੇਖਿਆ ਜਾਵੇ, ਇੱਕ ਖੇਡ ਵਜੋਂ ਵੇਖੋ ਜਿਹਦਾ ਮਕਸਦ ਸਾਡਾ ਮਨੋਰੰਜਨ ਕਰਨਾ ਹੈ। ਜਿਵੇਂ ਆਪਾਂ ਇੱਕ ਫਿਲਮ ਵੇਖਦੇ ਹਾਂ, ਕੋਈ ਸੀਰੀਅਲ ਵੇਖਦੇ ਹਾਂ, ਐਪੀਸੋਡ ਵਾਲਾ ਪ੍ਰੋਗਰਾਮ ਵੇਖਦੇ ਹਾਂ, ਉਸੇ ਤਰ੍ਹਾਂ ਰੈਸਲਿੰਗ ਨੂੰ ਵੇਖਿਆ ਜਾਵੇ ਤਾਂ ਇਹਦਾ ਮਜ਼ਾ ਤੁਹਾਨੂੰ ਜ਼ਿਆਦਾ ਆਊਗਾ। ਅਤੇ ਸਭ ਤੋਂ ਜ਼ਰੂਰੀ ਚੀਜ਼, ਉਹਨਾਂ ਰੈਸਲਰਸ ਦੀ ਤਾਰੀਫ ਜ਼ਰੂਰ ਕਰੀਏ ਜੋ ਸਾਡੇ ਮਨੋਰੰਜਨ ਦੀ ਖਾਤਰ ਏਡਾ ਵੱਡਾ ਖਤਰਾ ਆਪਣੇ ਜੀਵਨ ਦਾ ਮੁੱਲ ਲੈਂਦੇ ਨੇ। ਆਪਣੇ ਵੱਲੋਂ ਅਸੀਂ ਇੱਕ ਨਿਵੇਕਲਾ ਵਿਸ਼ਾ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤਾ। ਰੈਸਲਿੰਗ ਦੇ ਬਾਰੇ ਪੰਜਾਬੀ ਵਿੱਚ ਪਹਿਲੀ ਵਾਰ ਜਾਣਕਾਰੀ ਕਿਸੇ ਚੈਨਲ ਵੱਲੋਂ ਲਿਆਂਦੀ ਗਈ ਹੈ। ਉਮੀਦ ਹੈ ਕਿ ਤੁਹਾਨੂੰ ਇਹ ਉਪਰਾਲਾ ਵਧੀਆ ਲੱਗਿਆ ਹੋਊਗਾ। ਇਸ ਵਿਸ਼ੇ ਬਾਰੇ, ਇਸ ਜਾਣਕਾਰੀ ਬਾਰੇ, ਇਸ ਵੀਡੀਓ ਬਾਰੇ ਤੁਸੀਂ ਆਪਣੇ ਵਿਚਾਰ ਹੇਠਾਂ ਹੁਣ ਕਮੈਂਟਸ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਹੋਰ ਵੀ ਕੋਈ ਵਿਸ਼ਾ ਤੁਸੀਂ ਵੇਖਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ, ਜਿਹਦੇ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਉਹ ਵੀ ਜ਼ਰੂਰ ਦੱਸਿਓ। ਜਿਵੇਂ ਇਸ ਵਿਸ਼ੇ 'ਤੇ ਪ੍ਰੋਗਰਾਮ ਬਣਾਇਆ ਗਿਆ ਉਵੇਂ ਹੀ ਤੁਹਾਡੇ ਦੱਸੇ ਹੋਏ ਵਿਸ਼ੇ ਉੱਤੇ ਵੀ ਜ਼ਰੂਰ ਪ੍ਰੋਗਰਾਮ ਬਣੂਗਾ। ਅੱਜ ਦਾ ਵੀਡੀਓ ਚੰਗਾ ਲੱਗਿਆ ਤਾਂ ਇਸ ਨੂੰ ਹੋਰਨਾਂ ਲੋਕਾਂ ਤੱਕ, ਖਾਸ ਤੌਰ 'ਤੇ ਨੌਜਵਾਨਾਂ ਤੱਕ ਅਤੇ ਰੈਸਲਿੰਗ ਦੇ ਦਰਸ਼ਕਾਂ ਤੱਕ ਜ਼ਰੂਰ ਸਾਂਝਾ ਕਰਿਓ। ਇਸ ਐਪੀਸੋਡ ਨੂੰ ਲਾਈਕ, ਸ਼ੇਅਰ ਅਤੇ ਫਾਰਵਰਡ ਜ਼ਰੂਰ ਕਰੋ। ਵੱਧ ਤੋਂ ਵੱਧ ਲੋਕਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ। ਇਸ ਦੇ ਨਾਲ ਹੀ ਅੱਜ ਦਾ ਇਹ ਭਲਵਾਨੀ ਐਪੀਸੋਡ ਇੱਥੇ ਖਤਮ ਕਰਦੇ ਹਾਂ। ਧੰਨਵਾਦ।